ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਕੱਲ ਵਿਚਾਰ ਸ਼ੁਰੂ ਕੀਤੀ ਸੀ ਥਿੱਤੀ ਗੌੜੀ ਮਹੱਲੇ 5ਵੇਂ ਦੀ ਬਾਣੀ। ਥਿੱਤੀਆਂ ਜਿਵੇਂ ਸੰਸਾਰ ਦੇ ਵਿੱਚ ਜਿਹੜਾ ਚੰਦਰਮਾ ਬਦਲਦਾ ਰਹਿੰਦਾ ਹੈ, ਚੰਦਰਮਾ ਦੀ ਗਤੀ ਤੇ ਸੂਰਜ ਦੀ ਗਤੀ ਦੇ ਵਿੱਚ ਫਰਕ ਹੈ। ਇਸ ਕਰਕੇ 15 ਦਿਨ ਐਸੇ ਹੁੰਦੇ ਨੇ ਕਿ ਸੂਰਜ ਚੰਦਰਮਾ ਦੇ ਸਾਹਮਣੇ ਆਉਂਦਾ ਹੈ ਥੋੜ੍ਹਾ ਥੋੜ੍ਹਾ ਕਰਕੇ, ਕਿ ਇੱਕ ਦਿਨ ਆਮੋ ਸਾਹਮਣੇ ਹੋ ਜਾਂਦੇ ਨੇ ਤੇ ਸੂਰਜ ਪੱਛਮ ਚਲੇ ਜਾਂਦਾ, ਚੰਦਰਮਾ ਪੂਰਬ ਤੋਂ ਨਿਕਲਦਾ ਹੈ ਰਾਤ ਨੂੰ, ਤੇ ਸਾਰੀ ਰਾਤ ਪ੍ਰਕਾਸ਼ ਰਹਿੰਦਾ ਹੈ। ਤੇ ਫਿਰ ਐਸਾ ਹੁੰਦਾ ਹੈ ਕਿ ਦੋਨੋਂ ਇੱਕ ਦਿਸ਼ਾ ਦੇ ਵਿੱਚ ਆ ਜਾਂਦੇ ਨੇ, ਸੂਰਜ ਤੇ ਚੰਦਰਮਾ। ਇਸ ਕਰਕੇ ਸੂਰਜ ਦਾ ਪ੍ਰਕਾਸ਼ ਚੰਦਰਮਾ ਤੇ ਨਾ ਪੈਣ ਕਰਕੇ ਚੰਦਰਮਾ, ਕਿਉਂਕਿ ਚੰਦਰਮਾ ਦੀ ਆਪਣੀ ਚਮਕ ਨਹੀਂ ਹੈ, ਆਪਣੀ ਰੋਸ਼ਨੀ ਨਹੀਂ ਹੈ, ਇਸ ਕਰਕੇ ਰਾਤ ਅੰਧੇਰੀ ਹੁੰਦੀ ਹੈ। ਕਿਉਂਕਿ ਰਾਤ ਨੂੰ ਚੰਦਰਮਾ ਹੀ ਚਾਨਣ ਕਰਦਾ ਹੈ। ਜਿਸ ਦਿਨ ਚੰਦਰਮਾ ਪੂਰਨ ਹੁੰਦਾ ਹੈ, ਜਿਸ ਨੂੰ ਆਪਾਂ ਪੂਰਨਮਾਸ਼ੀ ਕਹਿੰਦੇ ਹਾਂ, ਸਾਰੀ ਰਾਤ ਚਾਨਣ ਰਹਿੰਦਾ ਹੈ। ਫਿਰ ਹੌਲੀ ਹੌਲੀ ਰਾਤ ਨੂੰ ਚਾਨਣ ਘਟਦਾ ਰਹਿੰਦਾ ਹੈ, ਹੌਲੀ ਹੌਲੀ ਅੱਧੀ ਰਾਤ ਤੱਕ ਹੋ ਜਾਂਦਾ ਹੈ, ਅੱਧੀ ਰਾਤ ਤੋਂ ਬਾਅਦ ਹੋ ਜਾਂਦਾ ਹੈ, ਇੱਦਾਂ ਬਦਲਦਾ ਹੈ। ਫਿਰ ਇੱਕ ਦਿਨ ਐਸਾ ਹੁੰਦਾ ਹੈ ਕਿ ਸਾਰੀ ਰਾਤ ਅੰਧੇਰੀ ਹੁੰਦੀ ਹੈ, ਜਿਸ ਨੂੰ ਮੱਸਿਆ ਦੀ ਰਾਤ ਕਹਿ ਦਿੰਦੇ ਹਾਂ। ਸੋ ਇਸ ਦੇ ਉੱਤੇ ਹੀ ਵਿਚਾਰ ਸ਼ੁਰੂ ਕੀਤੀ ਸੀ ਕੱਲ ਆਪਾਂ ਥਿੱਤੀ ਤੇ। ਇੱਕ ਦੀ ਗੱਲ ਕੀਤੀ ਤੇ ਇੱਕ ਓਂਕਾਰ ਕਰੋ ਬੰਦਨਾ ਧਿਆਏ, ਤੇ ਫਿਰ ਦੁਤੀਆ ਸੀ ਦੁਤੀਆ ਦੁਰਮਤ ਦੂਰ ਕਰ, ਗੁਰਸੇਵਾ ਕਰ ਨੀਤ। ਤੇ ਫਿਰ ਇੱਦਾਂ ਹੀ ਤੀਜ ਤੇ ਸੀ ਤੀਨ ਵਿਆਪੇ ਜਗਤ ਕੋ ਤੁਰੀਆ ਪਾਵੈ ਕੋਏ, ਵੀ ਸੰਸਾਰ ਤ੍ਰੈ ਗੁਣਾਂ ਦੇ ਵਿੱਚ ਹੈ। ਚੌਥਾ ਪਦ ਜੋ ਤੁਰੀਆ ਅਵਸਥਾ ਹੈ, ਉਨਮਨ ਹੈ, ਉਸ ਨੂੰ ਕੋਈ ਵਿਰਲਾ ਪਾਉਂਦਾ ਹੈ। ਫਿਰ ਚੌਥ ਤੇ ਵਿਚਾਰ ਕੀਤੀ ਸੀ ਚਤੁਰ ਸਿਆਣਾ ਸੁਗੜ ਸੋਏ ਦਿਨ ਤਜਿਆ ਅਭਿਮਾਨ, ਚਾਰ ਪਦਾਰਥ ਅਠ ਸਿਧ ਭਜ ਨਾਨਕ ਹਰਿ ਨਾਮ, ਕਿ ਉਸਦੇ ਕੋਲ ਚਾਰ ਪਦਾਰਥ ਨੇ। ਜਿਹਨੇ ਮਨ ਹਉਮੈ ਤੋਂ ਰਹਿਤ ਹੋ ਗਿਆ, ਜਿਹਦਾ ਮਨ ਪ੍ਰਕਾਸ਼ ਹੋ ਗਿਆ, ਉਹ ਅਸਲੀ ਸਿਆਣਾ ਹੈ, ਚਤਰ ਹੈ। ਉਸਦੇ ਕੋਲ ਫਿਰ ਇਹ ਚਾਰੇ ਪਦਾਰਥ ਨੇ। ਉਹ ਫਿਰ ਨਾਮ ਨੂੰ ਭਜਦਾ ਹੈ ਤੇ ਦੂਜੇ ਜੀਵਾਂ ਨੂੰ ਗਿਆਨ ਦਿੰਦਾ ਹੈ। ਇੱਥੇ ਆਪਾਂ ਵਿਚਾਰਿਆ ਸੀ ਕੱਲ ਕਿ ਸੁਰ ਨਰ ਮੁਨ ਜਨ ਖੋਜ ਤੇ ਸੁਖ ਸਾਗਰ ਗੋਪਾਲ। ਸੁਰ ਵੀ, ਨਰ ਵੀ, ਮੁਨ ਵੀ, ਜਨ ਵੀ, ਇਹ ਸਾਰੇ ਖੋਜਦੇ ਨੇ ਸੁੱਖਾਂ ਦੇ ਸਾਗਰ ਪ੍ਰਭੂ ਨੂੰ। ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਅਰਵਾਲ। ਪਰ ਇਹ ਤਾਂ ਹੀ ਹੁੰਦਾ ਹੈ ਜੇ ਸਾਧੂ ਜਨਾਂ ਦਾ ਸੰਗ ਕਰਕੇ ਸਾਧੂ ਜਨਾਂ ਦੇ ਬਚਨਾਂ ਨੂੰ ਮਨ ਵਿੱਚ ਵਸਾ ਲਾਂਗੇ, ਫਿਰ ਮਨ ਨਿਰਮਲ ਹੋ ਜਾਏਗਾ, ਮੁਖ ਪ੍ਰਕਾਸ਼ ਹੋ ਜਾਏਗਾ। ਤੇ ਫਿਰ ਚੌਥੇ ਪਦ ਦਾ ਗਿਆਨ, ਕਿਉਂਕਿ ਚੌਥੇ ਪਦ ਵਿੱਚ ਮੁਖ ਉਜਲ ਹੁੰਦਾ ਹੈ, ਮਨ ਨਿਰਮਲ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਇਹ ਤੱਕ ਆਪਾਂ ਵਿਚਾਰ ਕੀਤੀ ਸੀ ਕੱਲ। ਆਓ ਅੱਜ ਆਪਾਂ ਪੰਚਮੀ ਤੇ ਵਿਚਾਰ ਕਰਦੇ ਹਾਂ। ਸ਼ਲੋਕ ਹੈ ਪੰਚ ਵਿਕਾਰ ਮਨ ਮੈਂ ਬਸੇ, ਰਾਚੇ ਮਾਇਆ ਸੰਗ। ਵੀ ਜਿਨ੍ਹਾਂ ਦੇ ਮਨ ਦੇ ਵਿੱਚ ਪੰਜ ਵਿਕਾਰ ਕਾਮ, ਕ੍ਰੋਧ, ਮੋਹ, ਹੰਕਾਰ ਮਨ ਦੇ ਵਿੱਚ ਵਸ ਗਏ ਹਨ,
ਉਹ ਫਿਰ ਮਾਇਆ ਦਾ ਸੰਗੀ ਹੋ ਜਾਂਦਾ, ਮਾਇਆ ਦੇ ਸੰਗ ਰਚਿਆ ਰਹਿੰਦਾ ਹੈ, ਤ੍ਰੈ ਗੁਣਾ ਤੱਕ ਹੀ ਸੀਮਤ ਹੈ, ਦ੍ਰਿਸ਼ਟਮਾਨ ਤੱਕ ਸੀਮਤ ਹੈ, ਦ੍ਰਿਸ਼ਟਮਾਨ ਦੇ ਵਿੱਚ ਰਤਿਆ ਰਹਿੰਦਾ ਹੈ। ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਫਿਰ ਸਾਧੂ ਜਨਾਂ ਦਾ ਸੰਗ ਕਰਕੇ ਇਹ ਨਿਰਮਲ ਹੋ ਜਾਂਦਾ ਹੈ, ਜਦੋਂ ਪ੍ਰਭੂ ਦੇ ਰੰਗ ਦੇ ਵਿੱਚ ਮਨ ਨੂੰ ਰੰਗਦੇ ਹਾਂ। ਕਿਉਂਕਿ ਸਾਧੂ ਜਨ ਸਾਨੂੰ ਦੱਸਦੇ ਨੇ ਕਿਵੇਂ ਆਪਾਂ ਇਸ ਨੂੰ ਰੰਗਣਾ ਹੈ, ਨਾਮ ਦੇ ਰੰਗ ਦੇ ਵਿੱਚ। ਜਿਹੜੇ ਜੀਵ ਫਿਰ ਤੇ ਆਉਂਦੇ ਨੇ, ਕਰਦੇ ਨੇ, ਉਹਨਾਂ ਨੂੰ ਫਿਰ ਨਾਮ ਦਾ ਰੰਗ ਚੜ੍ਹਦਾ ਹੈ। ਆਓ ਪੌੜੀ ਵਿੱਚ ਅੱਗੇ ਵਿਚਾਰਦੇ ਹਾਂ। ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਓ ਪਰਪੰਚ। ਉਹ ਪੰਚ ਹੈ, ਉਹ ਪ੍ਰਧਾਨ ਹੈ ਉਸ ਮਾਲਕ ਦੇ ਘਰ ਦੇ ਵਿੱਚ, ਜਿਸ ਨੂੰ ਇਸ ਪ੍ਰਪੰਚ ਦਾ ਭੇਤ ਆ ਗਿਆ, ਜਿਹੜਾ ਪ੍ਰਭੂ ਨੇ ਰਚਿਆ ਹੈ, ਇਹ ਸ੍ਰਿਸ਼ਟੀ ਖੇਲ ਰਚਿਆ ਹੈ, ਜਿਸ ਨੂੰ ਇਸ ਦਾ ਭੇਤ ਆ ਗਿਆ ਹੈ ਕਿ ਕਿਵੇਂ ਇਹਨਾਂ ਪੰਜਾਂ ਤੋਂ ਆਪਾਂ ਨਿਰਲੇਪ ਹੋਣਾ ਹੈ, ਕਿਵੇਂ ਆਪਾਂ ਨਾਮ ਦੇ ਰੰਗ ਦੇ ਵਿੱਚ ਮਨ ਨੂੰ ਰੰਗਣਾ ਹੈ। ਉਸ ਪ੍ਰਭੂ ਦੇ ਘਰ ਦੇ ਵਿੱਚ ਫਿਰ ਪ੍ਰਧਾਨ ਹੈ, ਜਿਸ ਨੂੰ ਆਪਾਂ ਪੰਚ ਕਹਿ ਦਈਏ, ਪ੍ਰਧਾਨ ਹੈ, ਕਿਉਂਕਿ ਉਹੀ ਉੱਥੇ ਪ੍ਰਵਾਨ ਹੈ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ। ਜਿਸ ਨੂੰ ਇਹ ਪ੍ਰਪੰਚ ਦਾ ਭੇਤ ਆ ਗਿਆ, ਜਿਸ ਨੇ ਇਹ ਜਾਣ ਲਿਆ। ਕੁਸਮ ਬਾਸ ਬਹੁ ਰੰਗ ਕਣੋ, ਸਭ ਮਿਥਿਆ ਬਲਬੰਚ। ਜਿਸ ਨੂੰ ਇਹ ਸੋਝੀ ਹੋ ਗਈ ਕਿ ਇਹ ਮਾਇਆ ਦਾ ਜਿਹੜਾ ਰੰਗ ਹੈ, ਕੁਸਮ ਦਾ, ਬਹੁਤ ਤਰ੍ਹਾਂ ਦਾ ਰੰਗ ਹੈ, ਇਹ ਬਹੁਤ ਤਰ੍ਹਾਂ ਦਾ, ਕੋਈ ਅੰਤ ਨਹੀਂ ਹੈ। ਅਨੇਕਾਂ ਭਾਂਤ ਦੀ ਸ੍ਰਿਸ਼ਟੀ ਰਚੀ ਹੈ, ਪਰ ਇਹ ਸਭ ਮਿਥਿਆ ਹੈ। ਇਸ ਦਾ ਬਲ ਵੀ ਮਿਥਿਆ ਹੈ, ਇਹ ਸਾਰਾ ਮਿਥਿਆ ਹੈ, ਝੂਠ ਹੈ, ਕਿਉਂਕਿ ਸੱਚ ਤੇ ਪਰਮੇਸ਼ਰ ਹੈ, ਉਸ ਤੋਂ ਬਿਨਾਂ ਸਾਰਾ ਕੁਛ ਝੂਠ ਹੈ। ਨਾਮ ਸੱਚ ਹੈ, ਇਸ ਕਰਕੇ ਪ੍ਰਭੂ ਦਾ ਰੰਗ ਦੇ ਵਿੱਚ ਜੇ ਮਨ ਨੂੰ ਰੰਗ ਲਵਾਂਗੇ ਤੇ ਉਹ ਰੰਗ ਉਤਰਦਾ ਨਹੀਂ ਹੈ, ਤੇ ਇਹ ਕੁਸੁਮ ਦਾ ਰੰਗ ਹੈ ਜਿਹੜਾ ਇਹ ਉਤਰ ਜਾਂਦਾ ਹੈ। ਨਾ ਨਹਿ ਜਾਪੈ ਨਾ ਬੂਝੀਐ, ਨਾ ਕਛ ਕਰਤ ਵਿਚਾਰ। ਹੁਣ ਜਿਨ੍ਹਾਂ ਜੀਵਾਂ ਨੂੰ ਇਹ ਗਿਆਨ ਹੀ ਨਹੀਂ ਹੈ, ਨਾ ਉਹਨਾਂ ਨੇ ਉਸ ਨੂੰ ਦੇਖਿਆ ਹੈ, ਜਾਪੈ ਕਿ ਦੇਖਣਾ, ਪਹਿਚਾਨਣਾ, ਨਾ ਬੂਝੀ ਹੈ, ਨਾ ਉਹ ਬੁੱਝਣ ਦੀ ਕੋਸ਼ਿਸ਼ ਕਰਦੇ ਨੇ, ਨਾ ਕਛ ਕਰਤ ਵਿਚਾਰ, ਨਾ ਕੋਈ ਇਸ ਚੌਥੇ ਪਦ ਦੀ ਵਿਚਾਰ ਕਰਦੇ ਨੇ, ਪ੍ਰਭੂ ਮਿਲਾਪ ਦੀ ਵਿਚਾਰ ਕਰਦੇ ਨੇ। ਕਿਉਂਕਿ ਕਿੱਥੇ ਤੱਕ ਨੇ, ਇਤਿਹਾਸ ਤੱਕ ਨੇ, ਤ੍ਰੈ ਗੁਣਾ ਤੱਕ ਦੀਆਂ ਵਿਚਾਰਾਂ ਨੇ, ਲੜਾਈ ਝਗੜੇ ਯੁੱਧਾਂ ਦੀਆਂ ਗੱਲਾਂ। ਲੇਕਿਨ ਪ੍ਰਭੂ ਕਿੱਥੇ ਹੈ, ਕਿਵੇਂ ਆਪਣੇ ਮਨ ਨੂੰ ਪੰਜਾਂ ਦੇ ਨਾਲ ਲੜਨਾ ਹੈ, ਮਨ ਨੇ ਕਿਵੇਂ ਇਹਨਾਂ ਨੂੰ ਜਿੱਤਣਾ ਹੈ, ਕਿਵੇਂ ਪ੍ਰਭੂ ਖੁਸ਼ ਹੁੰਦਾ ਹੈ, ਐਸੀ ਉਹ ਵਿਚਾਰ ਕੋਈ ਨਹੀਂ ਕਰਦਾ। ਕਿਉਂਕਿ ਜੇ ਅਸੀਂ ਪੰਜਾਂ ਨੂੰ ਜਿੱਤਾਂਗੇ, ਪ੍ਰਭੂ ਦਾ ਗਿਆਨ ਲੈ ਕੇ ਕਰਮ ਤੇ ਧਰਮ ਦੇ ਵਿੱਚ ਆਪਾਂ ਇਹਨਾਂ ਨੂੰ ਜਿੱਤ ਲਵਾਂਗੇ, ਫਿਰ ਪ੍ਰਭੂ ਨੂੰ ਆਪਾਂ ਪਿਆਰੇ ਹੁੰਦੇ ਹਾਂ। ਕਿਉਂਕਿ ਖੇਲ ਪ੍ਰਭੂ ਨੂੰ ਪਿਆਰੀ ਹੈ, ਜਿਸ ਨੂੰ ਸਤਿਗੁਰੂ ਜੀ ਸਮਝਾਉਂਦੇ ਨੇ, ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰੀ। ਇਹ ਕੋਈ ਵਿਚਾਰ ਨਹੀਂ ਕਰਦਾ ਕਿਵੇਂ ਆਪਾਂ ਛੁੱਟਣਾ ਹੈ, ਕਿਵੇਂ ਪਰਮੇਸ਼ਰ ਨੂੰ ਦੇਖਣਾ ਹੈ, ਕਿਵੇਂ ਨਾਮ ਨੂੰ ਦੇਖਣਾ ਹੈ, ਕਿਵੇਂ ਅਸੀਂ ਉਸ ਨੂੰ ਬੁਝਣਾ ਹੈ। ਸਵਾਦ ਮੋਹ ਰਸ ਭੇਦਿਓ, ਅਗਿਆਨ ਰਚਿਓ ਸੰਸਾਰ। ਤੇ ਮਹਾਰਾਜ ਸਮਝਾਉਂਦੇ ਨੇ ਕਿ ਸੰਸਾਰ ਹੈ ਜਿਹੜਾ ਸਵਾਦਾਂ ਦੇ ਵਿੱਚ, ਮੋਹ ਦੇ ਵਿੱਚ, ਰਸਾਂ ਦੇ ਵਿੱਚ ਇੰਨਾ ਗਲਤਾਨ ਹੋਇਆ ਹੈ ਕਿ ਅਗਿਆਨਤਾ ਵਸ ਹੋ ਕੇ ਇੱਥੇ ਤੱਕ ਹੀ ਸੱਚ ਸਮਝੀ ਬੈਠਾ ਹੈ, ਇਸੇ ਨੂੰ ਸਭ ਕੁਝ ਜਾਣ ਲਿਆ ਹੈ, ਜੋ ਕਿ ਇੱਕ ਦਿਨ ਛੱਡ ਜਾਣਾ ਹੈ। ਜਨਮ ਮਰਨ ਬਹੁ ਜੋਨ
ਕੀਨੇ ਕਰਮ ਅਨੇਕ। ਜਿੰਨੇ ਮਰਜ਼ੀ ਅਨੇਕਾਂ ਕਰਮ ਕਰ ਲਈਏ, ਪ੍ਰਭੂ ਦੇ ਨਾਮ ਤੋਂ ਬਿਨਾਂ, ਚੌਥੇ ਪਦ ਤੋਂ ਬਿਨਾਂ, ਪ੍ਰਭੂ ਦੇ ਰੰਗ ਦੇ ਵਿੱਚ ਮਨ ਨੂੰ ਰੰਗੇ ਤੋਂ ਬਿਨਾਂ ਅਸੀਂ ਜੰਮਾਂਗੇ, ਮਰਾਂਗੇ, ਬਹੁਤ ਜੂਨੀਆਂ ਦੇ ਵਿੱਚ ਭ੍ਰਮਣ ਕਰਾਂਗੇ, ਮੁਕਤ ਨਹੀਂ ਹੋ ਸਕਦੇ। ਕਿਉਂਕਿ ਮੁਕਤ ਅਸੀਂ ਨਾਮ ਤੋਂ ਹੀ ਹੋਣਾ ਹੈ। ਉਸ ਨੂੰ ਦੇਖਿਆ ਨਹੀਂ ਕਿਸੇ ਨੇ, ਬੁਝਿਆ ਨਹੀਂ ਹੈ, ਉਸ ਦੀ ਵਿਚਾਰ ਨਹੀਂ ਕੀਤੀ। ਜਿਹੜਾ ਉਸ ਦੀ ਵਿਚਾਰ ਕਰਦਾ ਹੈ, ਜਿਹੜਾ ਗਿਆਨ ਲੈਂਦਾ ਹੈ, ਬੁਝਦਾ ਹੈ, ਦੇਖਦਾ ਹੈ, ਉਹ ਮੁਕਤ ਹੁੰਦਾ ਹੈ। ਰਚਨਹਾਰ ਨਹਿ ਸਿਮਰਿਓ, ਮਨ ਨਾ ਵਿਚਾਰ ਵਿਵੇਕ। ਰਚਨਹਾਰ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਕਿਉਂਕਿ ਉਸ ਨੂੰ ਜਾਣਿਆ ਹੀ ਨਹੀਂ। ਨਾ ਮਨ ਦੇ ਵਿੱਚ ਵਿਵੇਕ ਵਿਚਾਰ ਹੈ। ਵੇਖੀ ਜੰਤ ਨੇ ਜਿਹੜੀ ਵਿਵੇਕ ਬੁੱਧ ਹੈ, ਜੋ ਪ੍ਰਭੂ ਦੀ ਸ਼ਨ ਵਿੱਚ ਗਿਆ ਹੀ ਆਉਂਦੀ ਹੈ, ਉਹ ਵਿਚਾਰ ਨਹੀਂ ਹੈ, ਕਿਉਂਕਿ ਉਸ ਨੂੰ ਜਾਣਿਆ ਹੀ ਨਹੀਂ ਹੈ। ਜਦੋਂ ਸਾਧੂ ਜਨਾਂ ਦਾ ਸੰਗ ਕਰਕੇ ਗੁਰ ਦਾ ਗਿਆਨ ਲੈ ਕੇ ਪ੍ਰਭੂ ਦੀ ਸ਼ਨ ਵਿੱਚ ਜਾਂਦੇ ਹਾਂ, ਮਨ ਨਿਰਮਲ ਹੁੰਦਾ ਹੈ। ਉੱਥੇ ਜਾ ਕੇ ਹੀ ਫਿਰ ਸਾਨੂੰ ਰਚਨਹਾਰ ਦੀ ਸੋਝੀ ਹੁੰਦੀ ਹੈ, ਫਿਰ ਰਚਨਹਾਰ ਦਾ ਗਿਆਨ ਹੁੰਦਾ ਹੈ। ਪਾਉ ਭਗਤ ਭਗਵਾਨ ਸੰਗ, ਮਾਇਆ ਲਿਪਤ ਨਾ ਰੰਝ। ਹੁਣ ਜਿਹੜੇ ਪ੍ਰਭੂ ਦੇ ਭਗਤ ਨੇ, ਜਿਨ੍ਹਾਂ ਨੇ ਇਸ ਨੂੰ ਜਾਣ ਲਿਆ ਪ੍ਰਪੰਚ ਨੂੰ, ਉਹ ਫਿਰ ਪ੍ਰਭੂ ਦਾ ਸੰਗ ਕਰਦੇ ਨੇ, ਉਹਦੇ ਨਾਲ ਪਿਆਰ ਕਰਦੇ ਨੇ, ਉਹਦੀ ਭਗਤੀ ਕਰਦੇ ਨੇ। ਉਹ ਮਾਇਆ ਦੇ ਵਿੱਚ ਲਿਪਤ ਨਹੀਂ ਹੁੰਦੇ, ਮਾਇਆ ਨਾਲ ਨਹੀਂ ਲਿਪਤ ਹੁੰਦੇ, ਪ੍ਰਭੂ ਦੀ ਭਗਤੀ ਕਰਦੇ ਨੇ। ਪ੍ਰਭੂ ਦੇ ਨਾਲ ਮਨ ਰਤਿਆ ਰਹਿੰਦਾ ਹੈ। ਨਾਨਕ ਵਿਰਲੇ ਪਾਈਐ, ਜੋ ਨਾ ਰਚੈ ਪ੍ਰਪੰਚ। ਪਰ ਮੇਰਾ ਸਮਝਾਉਂਦੇ ਵਿਰਲੇ ਹੀ ਨੇ ਐਸੇ ਜਿਹੜੇ ਪ੍ਰਪੰਚ ਦੇ ਵਿੱਚ ਨਹੀਂ ਰਤੇ ਜਾਂਦੇ, ਰਚਦੇ, ਜਿਹੜੇ ਪ੍ਰਭੂ ਦੇ ਵਿੱਚ ਰਚਦੇ ਨੇ। ਕਿਉਂਕਿ ਪ੍ਰਪੰਚ ਉਸ ਪ੍ਰਭੂ ਦੀ ਮਾਇਆ ਹੈ, ਦ੍ਰਿਸ਼ਟ ਮਨ ਹੈ, ਜਿਸ ਨੇ ਸਾਨੂੰ ਇਹ ਭਰਮ ਦੇ ਵਿੱਚ ਪਾਇਆ ਹੈ। ਪ੍ਰਪੰਚ ਰਚ ਕੇ ਆਪਾਂ ਨੂੰ ਭਰਮ ਦੇ ਵਿੱਚ ਪਾਇਆ ਹੈ। ਤੇ ਜਿਹੜੇ ਜੀਵਾਂ ਨੂੰ ਇਹ ਗਿਆਨ ਹੋ ਜਾਂਦਾ ਕਿ ਸਭ ਮਿੱਥਿਆ ਹੈ, ਉਹ ਫਿਰ ਪ੍ਰਭੂ ਦੇ ਨਾਲ ਪਿਆਰ ਕਰਦੇ ਨੇ, ਪ੍ਰਭੂ ਦੇ ਰੰਗ ਦੇ ਵਿੱਚ ਰਤੇ ਜਾਂਦੇ ਨੇ, ਉਸ ਦੀ ਭਗਤੀ ਕਰਦੇ ਨੇ। ਉਹ ਪ੍ਰਪੰਚ ਦੇ ਵਿੱਚ ਨਹੀਂ ਰਚਦੇ। ਆਓ ਅੱਗੇ ਹੈ ਛੇਵੀਂ ਰੁੱਤ। ਛਠ ਕਹਿ ਦਿੰਦੇ, ਖਟ ਵੀ ਕਹਿ ਦਿੰਦੇ ਹਾਂ। ਸ਼ਲੋਕ ਹੈ, ਖਟ ਸ਼ਸਤਰ ਉੱਚੋ ਕਹੈ, ਅੰਤ ਨਾ ਪਾਰਾ ਬਾਰ। 6 ਸ਼ਸਤਰ ਨੇ, ਉਹ ਪ੍ਰਭੂ ਦੀ ਗੱਲ ਕਰਦੇ ਨੇ, ਉਸ ਪਰਮੇਸ਼ਰ ਦੀ, ਕਿ ਉਸ ਦਾ ਕੋਈ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ। ਭਗਤ ਸੋਹੇ ਗੁਣ ਗਾਵਤੇ, ਨਾਨਕ ਪ੍ਰਭੂ ਕੈ ਦੁਆਰ। ਭਗਤ ਸੌਂਦੇ ਨੇ ਜਿਹੜੇ ਪ੍ਰਭੂ ਦੇ ਦੁਆਰ ਤੇ ਖੜ ਕੇ ਗੁਣ ਗਾਉਂਦੇ ਨੇ, ਕਿ ਕੋਈ ਪ੍ਰਭੂ ਨੂੰ ਪਾਉਂਦੇ ਨੇ। ਜਿਵੇਂ ਆਸਾ ਜੀ ਦੀ ਵਾਰ ਵਿੱਚ ਆਪਾਂ ਪੜ੍ਹਦੇ ਹਾਂ, ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਨਾਨਕ ਕਰਮਾਂ ਬਾਰੇ, ਦਰ ਢੋ ਨਾ ਲੈਣੀ ਧਾਵਦੇ। ਇੱਕ ਮੂਲ ਨਾ ਬੁੱਝਣ ਆਪਣਾ, ਅਨਹੋਦਾ ਆਪ ਗਨਾਏ ਦੇ। ਹਾਂ ਢਾਟੀ ਕਾ ਨੀਚ ਜਾਤ ਹੈ, ਹੋਰ ਉੱਤਮ ਜਾਤ ਸਦਾਏ ਦੇ। ਇਸ ਕਰਕੇ ਜਿਹੜੇ ਪ੍ਰਭੂ ਦੇ ਭਗਤ ਨੇ, ਉਸ ਦੇ ਦਰ ਤੇ ਖੜ ਕੇ ਗਾਉਂਦੇ ਨੇ, ਤੇ ਉਹੀ ਪ੍ਰਭੂ ਨੂੰ ਪਾਉਂਦੇ ਨੇ। ਇੱਥੇ ਵੀ ਸਾਨੂੰ ਉਹੀ ਸਮਝਾਇਆ ਹੈ, ਭਗਤ ਸੋਹੇ ਗੁਣ ਗਾਵਤੇ, ਨਾਨਕ ਪ੍ਰਭ ਕੈ ਦੁਆਰ। ਵੀ ਉਹੀ ਭਗਤ ਫਿਰ ਸਾਨੂੰ ਉਸ ਉੱਚੇ ਪ੍ਰਭੂ ਦੀ ਗੱਲ ਕਰਦੇ ਨੇ, ਜਿਹੜੇ ਉਸ ਦੇ ਦਰ ਤੇ ਖੜ ਕੇ, ਕਿਉਂਕਿ ਉਹਨਾਂ ਨੂੰ ਉਹ ਆਪ ਨਹੀਂ ਗਾਉਂਦੇ, ਉਹਨਾਂ ਨੂੰ ਪ੍ਰਭੂ ਨੇ ਆਪ ਲਾਇਆ ਹੈ, ਉਹਨਾਂ ਨੂੰ ਸਿਫਤ ਸਲਾਹ ਦਾ ਕੱਪੜਾ ਆਪ ਪਾਇਆ ਹੈ। ਇਸ ਕਰਕੇ ਉਹ ਤਾਂ ਹੀ ਗਾਉਂਦੇ ਨੇ ਜਦੋਂ ਪ੍ਰਭੂ ਉਹਨਾਂ ਨੂੰ ਹੁਕਮ ਕਰਦਾ ਹੈ। ਤੁਧ ਭਾਵਾਂ ਤਾਂ ਗਾਵਾਂ। ਜਦੋਂ ਉਸ ਨੂੰ ਭਾਉਂਦਾ ਹੈ ਫਿਰ ਹੀ ਗਾਉਂਦਾ ਹੈ। ਤਾਂ ਗਾਵੇ ਕਾ ਫਲ ਪਾਵਾਂ, ਫਿਰ ਗਾਵੇ ਦਾ ਫਲ ਵੀ ਮਿਲਦਾ ਹੈ। ਇਸ ਕਰਕੇ ਸਮਝਾਉਂਦੇ ਨੇ। ਆਓ ਪੌੜੀ ਦੇ ਵਿੱਚ ਅੱਗੇ ਵਿਚਾਰਦੇ ਹਾਂ। ਖਸ਼ਟਮ ਖਟ ਸ਼ਸਤਰ ਕਹੈ, ਸਿਮਰਤ ਕਥਾ ਅਨੇਕ।
खट शस्त्र खष्टम जो छेवीं थित है। खट शास्त्र की कहते ने ते सिमरत भी कथे अनेक अनेका ये भी ये ज्ञान देंदे ने करते ने। उत्तम ऊंचो पार ब्रह्म गुण अंत न जाने सेख। भी प्रभु उत्तम है, ऊंचो है, सब ते ऊंचा है। बड़ा साहब ऊंचा थाओ, मैं पेखोरी ऊंचा मोहन सब ते ऊंचा, सब तो ऊंचा है। उथे उस ऊंचे तक कौन पहुंचता है? जिसनों आप प्रभु एडा ऊंचा कर लेंदा है। किवें हुंदे हां? उथे कदों जांदे हां? साधु जन दा संग करके। साध के संग बसा थान ऊंचा, प्रभु के सेवक ऊंचते ऊंचे। क्योंकि ऊंचे हैं वो प्रभु आप अपने सेवकां नूं ऊंचे करता है। इस करके शास्त्र सिमरतियां ये भी ये दसदियां ने कि प्रभु है, उत्तम है, ऊंचा है, पर उस दे गुणां नूं हर कोई नहीं जानदा। बड़े बड़े लोग भी नहीं जानते, क्योंकि जब तक आप जनाउंदा नहीं असी जान नहीं सकते। नारद मुनि जन सुख ब्यास जस गावत गोविंद। हुण ये होए ने मुनि होए, नारद मुनि होया, इदां ही सुख होया व्यास, इदां जन सी प्रभु दे। ये उस प्रभु दे गुण गाउंदे सी। इन्हां ने गाए क्योंकि इन्हां नूं प्रभु ने जनाया सी। रस गीत दे हर शोभी दे भगत रचे भगवंत। ये प्रभु दे रस दे विच तृप्त सी, गीते सी, भिजे सी, उहदे विच बीते होए सी, उहदे विच रचे होए सी, रते होए सी। ये प्रभु दे ये भगत सी। ये उस प्रभु दे गुण गाउंदे सी। नहीं तां शेख नाग तक जिस दियां हज़ारां जेबां दसदे ने, वो भी उस प्रभु दे गुण नहीं कर सकता। मोह मान भरम बिनस्यो पाई शरण दयाल। हुण जदों प्रभु दी शरण, उस दयाल दी शरण दे विच जीव चले गया, चले जाता है, जब पहुँच गया उत्थे जाके मोह भी, मान भी, भरम भी ये विंसता है। मोह मान भरम बिनस्यो पाई शरण दयाल। चरण कमल मन तन वसे दर्शन देखने हाल। प्रभु दे चरण कमल मन विच वस जाते ने जो गुर दा ज्ञान है, तो उत्थों प्रभु दा नाम मन विच वस जाता है। फिर प्रभु दे दर्शन होंदे ने, मन निर्मल होंदा है। फिर उस दर दे दर्शन करके मन निहाल होंदा है। जिवें इत्थे दसदे ने कि साडा मन निहाल हो गया क्योंकि प्रभु दे चरण कमलां नूं मन दे विच बसा लिया। ते चरण कमलां तो प्रभु आप अपने सेवक नूं इन्ना ऊंचा कर लेंदा है कि सानूं उसदे दर्शन होंदे ने। लाभ मिला तोटा हिरै। लाभ प्राप्त हो गया, घाटा खत्म हो गया। जो तोटा सी, नुकसान सी, जो असी सवासां दी पूंजी नूं अजाई गवा रहे सी, अपना समा अजाई गवा रहे सी, हुण उसदा सानूं लाभ मिलना शुरू हो गया। साध संग लिव लाए। पर कदों? साधु जन दा संग कीता ते उन्हां ने सानूं प्रभु दे नाल लिव जोड़न दी तरीका दस्सिया, जुगती दित्ती, गुर दित्ती कि इदां आपां लिव जोड़नी है प्रभु दे नाल। क्योंकि लिव प्रभु आप ही साडी जोड़दा है। जब तक साडी लिव नहीं जुड़दी असी कुछ भी नहीं कर सकते। पर यह साडे बस नहीं, ये उस प्रभु दे बस है। जदों असी शरण विच जांदे हां, वो साडी लिव जोड़दा है। जदों साधु जनां दा संग करके प्रभु दी शरण विच जांदे हां। आपां पढ़दे हां आनंद साहब दी बाणी दे विच हर रोज, दे निमाणी लिवे बाजों। दे निमाणी लिवे बाजों क्या करे बेचारिया। तुद बाज समरथ कोई नाही, कृपा कर बनवारिया। इस नौ होर थो नाही,
शब्द लाग सवारिया, कह नानक लिवे बाजो, कह करे विचारिया। लिव लगे तो बिना दे कुछ भी नहीं कर सकती, पर कोई समर्थ नहीं है। इस करके वो प्रभु आप ही गुर दे शब्द द्वारा सानू सवारदा है, फिर असी उसनू मिल सकते हाँ। खाट खजाना गुण निध हरे, नानक नाम ते आए। फिर खट दा खजाना केड़ा है? वो गुणा दा, हरि दा वो खजाना है। जदों असी नाम नू त्याउंदे हाँ, नाम प्रगट हो जाता है, नाम नू देखते हैं, सारे पासे नाम च ध्यान जुड़ता है, ते फिर साडा लाभ ही लाभ है। फिर सानू वो खजाना मिल जाता है, जिहड़ा खजाना कोई लुट नहीं सकता, क्योंकि ध्यान दा मार्ग है। बोलिया है लुटिया जा सकता है, चोरी कर सकता है, ध्यान नू कोई चुरा नहीं सकता। हाँ, जिहड़े जीव मालक ड्यूटी लाउंदा वो दूजिਆਂ ਨੂੰ ਗਿਆਨ ਦਿੰਦੇ ਨੇ, क्योंकि चुराउण दे नाल नहीं चलदा। जिहड़े जीव ज्ञान लेना चाहुंदे ने वो ज्ञान लैके भी उस प्रभु नू वो भी त्याग सकते ने, पर जे कोई कहे भी मैं चुरा के कर लवांगा, नहीं होना। जिवें हुण आपां एक विचार जिहड़ा है ज्ञान है आपां फेसबुक ते देंदे हाँ, क्योंकि इत्थे कोई भी सुन सकता है, पर जे कोई सिर्फ इदां ही कहेगा भी मैं चुरा के उस अवस्था च पहुँच जाऊँगा, नहीं। जे आके अभ्यास करके फिर पूरे विश्वास के नाल ये करेगा, फिर ही मिलेगा। ਜਾਂ चुरा के सुन के अगे देगा, कुछ भी होने वाला नहीं है। इस करके समझाउंदे ने भी यह खजाना असली केड़ा है? प्रभु दे नाम नू त्याउणा। ध्यान दे विच जदों प्रगट हो जाता है, फिर वो जीव दूजिਆਂ नू दसदा है कि इस तरीके नाल आपां लिव जोड़नी है, एक दृष्ट होना है, इस तरीके नाल आपां त्याउणा है, नाम नू त्याउणा है, ते फिर प्रभु नू त्याउणा है। आओ अगे है सत्यों, सतवीं थिति। श्लोक दे विच समझाउंदे ने संत मंडल हर जस कथा, बोल है सत सुपाए। नानक मन संतोखिया, एक सो लिव लाए। हुण कथा कित्थे हुंदी है प्रभु दी? संत मंडल। संत मंडल ताहां को नाओ, केवल पार ब्रह्म गुण गाओ। जिथे सिर्फ पार ब्रह्म दे गुण गाए जाते, हुण संसारी जीवां दे नहीं, सिर्फ पार ब्रह्म दे, उस सानू संत मंडल क्या है। हुण महाराज समझाउंदे ने भी संत मंडल दे विच हरि दा जस कीता जांदा है, हरि दे गुण गाए जाते ने, अकथ नू कथया जाता है। पर कदों जिहड़ा जीव बोलता है सानू ज्ञान देंदा है, वो कदों देंदा है? जदों सच नू पा जाता है, प्रभु नू पा जाता है, फिर ही वो बोलता है। जब तक प्रभु हुक्म नहीं करता, प्रभु एक खजाना नहीं देंदा, बोलता नहीं। जिवें गुरु साहबा ने समझाया है, जब जिम तू बुलावे तिम बोला स्वामी, जिमें तू बुलाउंदा ओ मैं बोलते हाँ। फिर बोलता है जदों प्रभु नू पाउंदा है, फिर हरि दा जस कथया जांदा, हरि दी सिफत सलाह हुंदी है संत मंडल दे विच। उत्थे फिर मन नू संतोखना है, दो तो एक करना, एक दृष्ट होना है, ते किवें लिव जोड़नी है एक प्रभु दे नाल। क्योंकि मन नेत्रां दे विच है, नेत्रां नू संतोखना है, दूजे दा भाव गवाउणा है। इदां नेत्र संतोखे जाते ने ते मन संतोखिया जाता है। जिन्हों महाराज समझाउंदे ने नेत्र संतोखे एक लिव लाए, मन संतोखिया दूजा भाव गवाए। दूजे दा प्यार छड्ड के सिर्फ जदों असी गुर दे नाल जुड़ जाते हाँ, फिर साडा मन भी संतोखिया जाता है।
ਫਿਰ ਇੱਕ ਪਰਮੇਸ਼ਰ ਦੇ ਨਾਲ ਹੀ ਲਿਵ ਜੁੜ ਜਾਂਦੀ ਹੈ। ਆਓ ਪੌੜੀ ਦੇ ਵਿੱਚ ਵਿਚਾਰਦੇ ਹਾਂ ਅੱਗੇ। ਸਪਤਮ ਸੰਚੋ ਨਾਮ ਧਨ, ਟੂਟ ਨਾ ਜਾਹੇ ਭੰਡਾਰ। ਹੁਣ ਜਿਨ੍ਹਾਂ ਜੀਵਾਂ ਨੂੰ ਆਪਾਂ ਵਿਚਾਰ ਕੇ ਆਏ ਥਿਤੀਆਂ ਦੇ ਵਿੱਚ ਸਾਨੂੰ ਕਿ ਕਿਵੇਂ ਇੱਕ ਪ੍ਰਭੂ ਨੂੰ ਮਿਲਣਾ, ਕਿਵੇਂ ਬੰਦਨਾ ਕਰਨੀ ਹੈ। ਫਿਰ ਦੁਤੀਆ ਹੈ ਜਦੋਂ ਆਪਾਂ ਪਰਮੇਸ਼ਰ ਤੋਂ ਭੁੱਲ ਕੇ ਦੁਰਮਤ ਦੇ ਵਿੱਚ ਆ ਕੇ ਉਸ ਤੋਂ ਵਿਛੜੇ ਹਾਂ, ਫਿਰ ਉਹ ਦੁਰਮਤ ਨੂੰ ਦੂਰ ਕਰਨਾ ਹੈ। ਫਿਰ 3 ਗੁਣਾਂ ਦਾ ਜਿਹੜਾ ਸੰਸਾਰ ਹੈ ਉਸ ਦੇ ਵਿੱਚ ਵਿਰਲੇ ਨੂੰ ਪ੍ਰਭੂ ਤੁਰਿਆ ਅਵਸਥਾ ਬੁਝਾ ਦਿੰਦਾ ਹੈ। ਫਿਰ ਚਤੁਰਥ ਹੈ ਉਸ ਨੂੰ, ਜਿਸ ਨੂੰ ਬੁਝਾਉਂਦਾ ਉਸ ਨੂੰ ਚੌਥੇ ਪਦ ਦਾ ਗਿਆਨ ਹੋ ਜਾਂਦਾ, ਉਸ ਨੂੰ ਸਿਆਣਾ ਬਣਾ ਦਿੰਦਾ ਹੈ, ਉਸ ਸੌਮੇ ਖਤਮ ਕਰ ਦਿੰਦਾ ਹੈ। ਫਿਰ ਉਹ ਪੰਚਮੀ 'ਤੇ ਜਾ ਕੇ ਉਸ ਨੂੰ ਉਸ ਪ੍ਰਭੂ ਦੇ ਪ੍ਰਪੰਚ ਦਾ ਖੇਲ ਦਾ ਇਹ ਸੋਝੀ ਹੋ ਜਾਂਦੀ ਹੈ। ਸ਼ਾਸਤਰਾਂ ਸਿਮਰਤਾਂ ਵੇਦਾਂ ਦਾ ਗਿਆਨ ਹੁੰਦਾ ਹੈ। ਫਿਰ ਉਸ ਉੱਚੇ ਪ੍ਰਭੂ ਦੀ ਗੱਲ ਕਰਦਾ ਹੈ, ਕਿਉਂਕਿ ਹਰ ਇੱਕ ਦੇ ਵਿੱਚ ਉਸ ਦੀ ਸਿਫਤ ਸਲਾਹ ਹੈ। ਤੇ ਫਿਰ ਜਾ ਕੇ ਹਰੀ ਦਾ ਜਸ ਜੋ ਹੈ ਸਪਤਮ, ਜਦੋਂ ਪ੍ਰਭੂ ਨੂੰ ਪਾ ਜਾਂਦਾ ਹੈ ਫਿਰ ਪ੍ਰਭੂ ਦੀ ਸਿਫਤ ਸਲਾਹ ਜਸ ਗਾਉਂਦਾ ਹੈ। ਇੱਦਾਂ ਇੱਕ ਥਿਤੀ ਦੂਜੀ ਆਪਾਂ ਚੱਲਦੇ ਚੱਲਦੇ ਉੱਥੇ ਤੱਕ ਪਹੁੰਚ ਜਾਣਾ ਹੁੰਦਾ ਹੈ, ਪੂਰਨਮਾਸ਼ੀ ਤੱਕ। ਸਪਤਮ ਸੰਚ ਨਾਮ ਧਨ ਟੂਟ, ਸਪਤਮ ਸੰਚੋ ਨਾਮ ਧਨ ਟੂਟ ਨਾ ਜਾਹੇ ਭੰਡਾਰ। ਉਹ ਕਹਿੰਦੇ ਸਤਵੇਂ ਤੇ ਕੀ ਕਰਨਾ, ਫਿਰ ਨਾਮ ਧਨ ਨੂੰ ਖੱਟਣਾ ਹੈ, ਉਸ ਨੂੰ ਪ੍ਰਾਪਤ ਕਰਨਾ ਹੈ। ਜਦੋਂ ਧਨ ਪ੍ਰਾਪਤ ਹੋ ਗਿਆ ਫਿਰ ਐਸਾ ਖਜ਼ਾਨਾ ਹੈ, ਅਖੁੱਟ ਖਜ਼ਾਨਾ ਹੈ, ਫਿਰ ਟੂਟ ਨਹੀਂ ਆਉਂਦੀ, ਤੋਟ ਨਹੀਂ ਆਉਂਦੀ ਭੰਡਾਰ ਦੀ। ਜਿੰਨਾ ਮਰਜ਼ੀ ਖਾਈ ਜਾਈਏ, ਖਰਚੀ ਜਾਈਏ, ਵੱਧਦਾ ਜਾਂਦਾ ਹੈ। ਐਸਾ ਖਜ਼ਾਨਾ ਹੈ ਨਾਮ ਧਨ ਦਾ, ਗੁਰ ਸ਼ਬਦ ਦਾ। ਸੰਤ ਸੰਗਤ ਮੈਂ ਪਾਈਐ, ਅੰਤ ਨਾ ਪਾਰਾ ਬਾਲ। ਪਰ ਇਹ ਮਿਲਦਾ ਕਿੱਥੇ ਹੈ? ਸੰਤਾਂ ਦੀ ਸੰਗਤ ਦੇ ਵਿੱਚ। ਜਿਸ ਪ੍ਰਭੂ ਦਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ, ਜਿਹੜਾ ਅਖੁੱਟ ਖਜ਼ਾਨਾ ਹੈ, ਉਹ ਸੰਤਾਂ ਦੀ ਸੰਗਤ 'ਚ ਮਿਲਦਾ ਹੈ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜ ਅਭਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋ। ਲਾਦ ਖੇਪ ਸੰਤੈ ਸੰਗ ਚਾਲ, ਅਬਰ ਤਿਆਗ ਵਿਖਿਆ ਜੰਜਾਲ। ਇਹ ਧਨ ਜਿਹੜਾ ਹੈ ਸੰਤ ਸੰਗਤ ਮੈਂ ਪਾਈ ਹੈ, ਅੰਤ ਨਾ ਪਾਰਾਵਾਰ। ਉਸ ਧਨ ਦਾ ਕੋਈ ਅੰਤ ਨਹੀਂ ਹੈ, ਪਾਰਾਵਾਰ ਨਹੀਂ, ਪਰ ਮਿਲਣਾ ਹੈ ਸੰਤ ਜਨਾਂ ਦੀ ਸੰਗਤ ਦੇ ਵਿੱਚ, ਸਾਧੂ ਜਨਾਂ ਦੀ ਸੰਗਤ ਦੇ ਵਿੱਚ। ਆਪ ਤਜੋ ਗੋਬਿੰਦ ਭਜੋ, ਸਰਨ ਪਰੋ ਹਰ ਰਾਏ। ਹੁਣ ਆਪਾਂ ਛੱਡ ਕੇ ਜਾਣਾ ਹੈ ਆਪਣਾ ਗਿਆਨ। ਆਪ ਤਜਣਾ ਕੀ ਹੈ ਕਿ ਆਪਣਾ ਪਹਿਲਾਂ ਗਿਆਨ ਛੱਡਣਾ ਹੈ, ਫਿਰ ਗੋਬਿੰਦ ਦਾ ਗਿਆਨ ਲੈਣਾ, ਗੁਰ ਦਾ। ਜਿੱਥੇ ਜਾ ਕੇ ਮਨ ਨੇ, ਫਿਰ ਮਨ ਦਾ ਆਪਾ ਖਤਮ ਹੁੰਦਾ ਹੈ। ਮਨ ਇੱਕ ਰੂਪ ਹੋ, ਇੱਕ ਜੋਤ ਹੋ ਜਾਂਦਾ ਹੈ, ਨਿਰਾਕਾਰ ਰੂਪ ਹੋ ਜਾਂਦਾ ਹੈ, ਆਕਾਰ ਤੋਂ ਅਸਥੂਲ ਤੋਂ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਸਰਨ ਪਰੋ ਹਰ ਰਾਏ। ਜਦੋਂ ਫਿਰ ਆਪਾ ਛੱਡ ਕੇ ਗੋਬਿੰਦ ਨੂੰ ਭਜਾਂਗੇ, ਫਿਰ ਪ੍ਰਭੂ ਦੀ ਸ਼ਰਨ ਦੇ ਵਿੱਚ ਚਲੇ ਜਾਵਾਂਗੇ। ਦੁੱਖ ਹਰੈ, ਦੁੱਖਾਂ ਦਾ ਨਾਸ ਹੋ ਜਾਏਗਾ, ਦੁੱਖਾਂ ਤੋਂ ਸਾਡਾ ਛੁਟਕਾਰਾ ਹੋ ਜਾਏਗਾ, ਦੁੱਖ ਸਾਡੇ ਹਰ ਲਏਗਾ ਪ੍ਰਭੂ। ਭਵਜਲ ਤਰੈ, ਭਵਜਲ ਨੂੰ ਤਰ ਜਾਵਾਂਗੇ, ਦੁੱਖ ਹਰ ਲਏਗਾ। ਮਨ ਚਿੰਦਿਆ ਫਲ ਪਾਏ। ਫਿਰ ਮਨ ਚਿੰਦਿਆ, ਜੋ ਮਨ ਇਛਦਾ ਹੈ ਉਹ ਫਲ ਪ੍ਰਾਪਤ ਹੋਏਗਾ। ਆਠ ਪਹਿਰ ਮਨ ਹਰ ਜਪੈ, ਸਫਲ ਜਨਮ ਪਰਵਾਨ। ਅੱਠੇ ਪਹਿਰ ਫਿਰ ਮਨ ਹਰੀ ਨੂੰ ਜਪਦਾ ਹੈ, ਉਸ ਦੀ ਸਿਫਤ ਸਲਾਹ ਕਰਦਾ ਹੈ, ਮਨ ਵਿੱਚ ਕਰਦਾ ਹੈ। ਜੇ ਕੋਈ ਗਿਆਨ ਲੈਂਦਾ ਉਸ ਨੂੰ ਵੀ ਦੱਸਦਾ ਹੈ। ਫਿਰ ਸਫਲ ਜੀਵਨ ਹੋ ਜਾਂਦਾ, ਪ੍ਰਵਾਨ ਹੋ ਜਾਂਦਾ ਹੈ। ਸਫਲ ਜਨਮ ਪ੍ਰਵਾਨ। ਅੰਤਰ ਬਾਹਰ ਸਦਾ ਸੰਗ, ਕਰਨੇ ਹਰ ਪਛਾਣ। ਅੰਦਰ ਵੀ ਬਾਹਰ ਵੀ ਸਦਾ ਸੰਗ ਹੈ, ਕਿਉਂਕਿ ਉਹ ਕਰਨੇ ਹਰ ਪ੍ਰਭੂ ਹੈ, ਉਸਨੇ ਜਾਣ ਲਿਆ ਹੈ।
ਜੇ ਕੋਈ ਉਸ ਨੂੰ ਜਾਣਨਾ ਚਾਹੁੰਦਾ, ਪਹਿਚਾਣਨਾ ਚਾਹੁੰਦਾ ਹੈ, ਸੰਤਾਂ ਦੀ ਸੰਗਤ ਕਰਕੇ ਗਿਆਨ ਲੈ ਕੇ ਉਸ ਨੂੰ ਪਹਿਚਾਣ ਸਕਦਾ ਹੈ। ਪਰ ਤਾਂ ਹੀ ਪਹਿਚਾਣੇਗਾ ਜੇ ਅਸੀਂ ਦੂਜਾ ਭਾਉ ਗਵਾਵਾਂਗੇ। ਦੂਜਾ ਛੱਡ ਕੇ ਇੱਕ ਗੁਰ ਨੂੰ ਕਮਾਵਾਂਗੇ, ਗੁਰ ਦੇ ਨਾਲ ਜੁੜ ਜਾਵਾਂਗੇ, ਤੇ ਫਿਰ ਹੀ ਪ੍ਰਭੂ ਨੂੰ ਆਪਾਂ ਅੰਦਰ ਬਾਹਰ ਹਰ ਥਾਂ ਪਹਿਚਾਣ ਸਕਦੇ ਹਾਂ। ਜੋ ਕਰਨਹਾਰ ਹੈ, ਇੱਕੋ ਹੀ ਹੈ। ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ। ਤੇ ਸਮਝਾਉਂਦੇ ਨੇ ਕਿ ਉਹੀ ਸਾਡਾ ਅਸਲੀ ਸਖਾ ਹੈ। ਜਿਵੇਂ ਸੰਸਾਰ ਦੇ ਵਿੱਚ ਆਪਾਂ ਸਕੇ ਹਾਂ, ਆਪਾਂ ਕਹਿ ਦਿੰਦੇ ਅਸੀਂ ਸਕੇ ਭਰਾ ਹਾਂ, ਭੈਣ ਭਰਾ ਹਾਂ, ਸਕੇ ਹਾਂ, ਰਿਸ਼ਤੇਦਾਰ ਹਾਂ, ਕਜਨ ਹਾਂ। ਲੇਕਿਨ ਇੱਥੇ ਸਾਡੇ ਮਨ ਦਾ ਸਖਾ ਕੌਣ ਹੈ? ਉਹ ਹੈ ਜਿਹੜਾ ਸਾਨੂੰ ਹਰੀ ਦੀ ਮੱਤ ਦਿੰਦਾ ਕਿ ਹਰੀ ਨੂੰ ਆਪਾਂ ਕਿਵੇਂ ਮਿਲਣਾ ਹੈ। ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਸਖਾ ਹੈ, ਜਿਹੜਾ ਸਾਨੂੰ ਇਹ ਮੱਤ ਦਿੰਦਾ ਹੈ ਕਿ ਹਰੀ ਨੂੰ ਆਪਾਂ ਕਿਵੇਂ ਮਿਲਣਾ ਹੈ, ਕਿਵੇਂ ਉਸ ਪ੍ਰਭੂ ਦੇ ਵਿੱਚ ਸਮਾਉਣਾ ਹੈ, ਕਿਵੇਂ ਮਨ ਨੂੰ ਦੀ ਜੋਤ ਨੂੰ ਪ੍ਰਭੂ ਦੀ ਜੋਤ 'ਚ ਮਿਲਾਉਣਾ ਹੈ, ਕਿਵੇਂ ਮਨ ਨੂੰ ਸੰਤੋਖਣਾ ਹੈ। ਉਹੀ ਸਾਡਾ ਅਸਲੀ ਸਖਾ ਹੈ, ਅਸਲੀ ਮਿੱਤਰ ਹੈ। ਨਾਨਕ ਤਿਸ ਬਲਿਹਾਰਨਾ, ਹਰ 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 ਨਾਮ ਜਪੇ। ਤੇ ਸਤਿਗੁਰ ਸਮਝਾਉਂਦੇ ਨੇ ਕਿ ਐਸੇ ਜਨ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ ਜੋ ਹਰੀ ਦੇ ਨਾਮ ਨੂੰ ਜਪਦਾ ਹੈ, ਜੋ ਸਾਨੂੰ ਇਹ ਮੱਤ ਦਿੰਦਾ ਹੈ ਪ੍ਰਭੂ ਨੂੰ ਮਿਲਣ ਦੀ, ਪ੍ਰਭੂ ਨੂੰ ਜਾਣਨ ਦੀ, ਜੋ ਸਾਨੂੰ ਨਾਮ ਦੀ ਸੋਝੀ ਦਿੰਦਾ ਹੈ। ਉਸ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ। ਆਓ ਅਗਲੇ ਆ ਗਈ 8ਵੀਂ ਤਿਥੀ। ਸ਼ਲੋਕ ਹੈ, 8 ਪਹਿਰ ਗੁਣ ਗਾਈ ਹੈ, ਤਜੀਏ ਅਵਰ ਜੰਜਾਲ। ਹੋਰ ਜੰਜਾਲ ਹੀ ਛੱਡ ਦੇਣਾ, ਕਿਉਂਕਿ ਸਾਰਾ ਜੰਜਾਲ ਹੈ। ਜਦ ਤੱਕ ਅਸੀਂ ਪ੍ਰਭੂ ਤੋਂ ਵਿਛੜੇ ਹਾਂ, ਇਹ ਸੰਸਾਰ ਜਿਹੜਾ ਇਹ ਜੰਜਾਲ ਹੈ। ਜਦੋਂ ਪ੍ਰਭੂ ਦੇ ਹੋ ਜਾਂਦੇ ਹਾਂ, ਪ੍ਰਭੂ ਨੂੰ ਜਾਣ ਲੈਂਦੇ, ਅੰਤਰਵਾਰ ਪਹਿਚਾਣ ਲੈਂਦੇ ਹਾਂ, ਫਿਰ ਅਸੀਂ ਜੰਜਾਲ 'ਚੋਂ ਨਿਕਲ ਜਾਂਦੇ ਹਾਂ। ਫਿਰ ਇਹ ਜੰਜਾਲ ਨਹੀਂ ਰਹਿ ਜਾਂਦਾ। ਜੰਜਾਲ ਉਦੋਂ ਤੱਕ ਹੈ ਜਦੋਂ ਸਾਨੂੰ ਇਸ ਨੇ ਜਕੜਿਆ ਹੈ ਪ੍ਰਭੂ ਦੇ ਨਾਲ ਮਿਲਾਪ ਨਹੀਂ। ਜਦੋਂ ਅਸੀਂ ਪ੍ਰਭੂ ਨੂੰ ਜਾਣ ਲਿਆ, ਉਸ ਨਾਲ ਮਿਲਾਪ ਹੋ ਗਿਆ, ਫਿਰ ਇਹ ਸੰਸਾਰ ਵੀ ਸਾਡੇ ਵਾਸਤੇ ਜੰਜਾਲ ਨਹੀਂ, ਕਿਉਂਕਿ ਇਹ ਤਨ ਨਾਲ ਕਰਨਾ ਹੈ ਤੇ ਪ੍ਰਭੂ ਦੀ ਭਗਤੀ ਮਨ ਨਾਲ। 8 ਪਹਿਰ ਆਪਾਂ ਮਨ ਉਸ ਪ੍ਰਭੂ ਨੂੰ ਧਿਆ ਸਕਦਾ ਹੈ, ਉਸ ਪ੍ਰਭੂ ਦੇ ਗੁਣ ਗਾ ਸਕਦਾ ਹੈ। ਪਰ ਜੰਜਾਲ ਜਿਹੜਾ ਹੋਰ ਸੰਸਾਰੀ ਵਿਚਾਰਾਂ, ਤ੍ਰੈਗੁਣੀ ਵਿਚਾਰਾਂ, ਉਹ ਨਹੀਂ ਜੀਵ ਕਰਦਾ। ਉਹ ਛੱਡ ਕੇ ਸਿਰਫ ਪ੍ਰਭੂ ਦੀ ਹੀ ਸਿਫਤ ਸਲਾਹ ਕਰਦਾ ਹੈ। ਜਮ ਕੰਕਰ ਜੋਇ ਨਾ ਸਕਈ, ਨਾਨਕ ਪ੍ਰਭੂ ਦਿਆਲ। ਜੇ ਅਸੀਂ ਹੋਰ ਜੰਜਾਲ ਨੂੰ ਛੱਡ ਕੇ 8 ਪਹਿਰ ਪ੍ਰਭੂ ਦੇ ਗੁਣ ਗਾਵਾਂਗੇ, ਕਿਉਂਕਿ ਜੰਜਾਲ ਮਨ ਵਾਸਤੇ ਕੀ ਹੈ? ਤ੍ਰੈਗੁਣੀ ਵਿਚਾਰਾਂ, ਬੈਰ ਵਿਰੋਧ, ਨਫ਼ਰਤ ਜਾਂ ਸਿਫਤ ਸਲਾਹ ਉਹਨਾਂ ਦੀ, ਜੋ ਕਿਸੇ ਸਮੇਂ ਹੈਗੇ ਸੀ ਅੱਜ ਨਹੀਂ ਹੈ, ਜੋ ਜੰਮੇ ਮਰੇ। ਕਿਉਂਕਿ ਆਪਾਂ ਸਿਫਤ ਸਲਾਹ ਕਿਹਦੀ ਕਰਨੀ? ਪਰਮੇਸ਼ਰ ਦੀ, ਜੋ ਅਵਿਨਾਸੀ ਹੈ, ਜੋ ਅਜਨਮਾ ਹੈ। ਜੇ ਆਪਾਂ ਜੰਮੇ ਮਰੇ ਜਾਂ ਜੋ ਹੈ ਅੱਜ ਉਸ ਦੀ ਸਿਫਤ ਸਲਾਹ ਕਰਾਂਗੇ, ਉਹ ਮਹਾਰਾਜ ਕਹਿੰਦੇ ਫਿਰ, ਕਿਉਂਕਿ ਉਸਨੇ ਵੀ ਇੱਕ ਦਿਨ ਮਰ ਜਾਣਾ ਹੈ। ਬਿਨ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਨਾਮ ਤੋਂ ਬਿਨਾਂ ਜੇ ਆਪਾਂ ਹੋਰ ਦੀ ਸਿਫਤ ਸਲਾਹ ਕਰਦੇ ਹਾਂ, ਸਭ ਫਿੱਕਾ ਹੈ। ਫਿੱਕਾ ਜੇ ਬੋਲਦਾ ਹੈ, ਫਿੱਕਾ ਸੁਣਨ ਵਾਲਾ ਵੀ ਫਿੱਕਾ ਹੈ, ਤੇ ਫਿੱਕੇ ਬੋਲਣ ਵਾਲੇ ਨੂੰ ਸਜ਼ਾ ਮਿਲਦੀ ਹੈ। ਨਾਨਕ ਫਿੱਕਾ ਬੋਲੀ ਹੈ, ਮਨ ਤਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਾਹ ਸੱਟੀ ਹੈ, ਮੂੰਹ ਥੁੱਕਾ ਫਿੱਕਾ ਪਾਹੇ, ਫਿੱਕਾ ਮੂਰਖ ਆਖੀਐ, ਪਾਣਾ ਲਹੇ ਸਜਾ। ਸਭ ਫਿੱਕਾ ਹੈ। ਇਸ ਕਰਕੇ ਕੌਣ ਕਰਦਾ ਹੈ? ਨਾਮ ਤੋਂ ਬਿਨਾਂ ਜਿਹੜੀ ਹੋਰ ਸਿਫਤ ਸਲਾਹ ਕੌਣ ਕਰਦਾ ਹੈ? ਮਤਲਬ ਸਮਝਾਉਂਦੇ ਨੇ, ਮਨ ਮੁਖ ਅਹੰਕਾਰ ਸਲਾਹ ਦੇ, ਵਿੱਚ ਹਉਮੈ ਮਮਤਾ ਬਾਦ। ਹਉਮੈ ਦੇ ਵਿੱਚ ਤੇ ਮਮਤਾ ਹੈ ਕਿਸੇ ਨਾਲ,
ਉਸ ਕਰਕੇ ਉਹ ਕਿਸੇ ਬੰਦੇ ਨੂੰ ਸਲਾਉਂਦੇ ਨੇ। ਹੰਕਾਰ ਦੇ ਵਿੱਚ ਮਨਮੁਖ ਲੋਕ। ਜਿਨ ਸਲਾਹਨ ਸੇ ਮਰੈ, ਜਿਹਨੂੰ ਸਲਾਉਂਦੇ ਨੇ ਉਹਨੇ ਮਰ ਜਾਣਾ। ਖਪ ਜਾਵੇ ਸਭ ਅਪਵਾਦ, ਕਹਿੰਦੇ ਅਪਵਾਦ 'ਚ ਖਪ ਜਾਂਦਾ ਹੈ, ਜਿਹਨੂੰ ਸਲਾਉਂਦੇ ਉਹ ਵੀ ਮਰ ਜਾਂਦਾ ਹੈ। ਸਾਰਾ ਸੰਸਾਰ ਹੀ ਇੱਦਾਂ ਜੀਵਾਂ ਦੀ ਸਿਫਤ ਸਲਾਹ ਕਰਦਾ ਹੈ। ਨਾਨਕ ਗੁਰਮੁਖ ਉਭਰੇ, ਜਪ ਹਰ ਹਰ ਪਰਮਾਨੰਦ। ਪਰ ਜਿਹੜੇ ਗੁਰਮੁਖ ਨੇ ਉਹ ਉਸ ਪਰਮਾਨੰਦ ਪ੍ਰਭੂ ਦੀ ਹੀ ਸਿਫਤ ਸਲਾਹ ਕਰਦੇ ਨੇ, ਉਸੇ ਨੂੰ ਜਪਦੇ ਨੇ, ਉਹ ਉਭਰ ਜਾਂਦੇ ਨੇ। ਇੱਥੇ ਸਮਝਾਉਂਦੇ ਨੇ ਵੀ ਜਿਹੜੇ ਜੰਜਾਲ ਨੂੰ ਛੱਡ ਕੇ ਅੱਠੇ ਪਹਿਰ ਪ੍ਰਭੂ ਦੇ ਹੀ ਗੁਣ ਗਾਉਂਦੇ ਨੇ, ਉਹਨਾਂ ਨੂੰ ਜਮ ਕੰਕਰ ਨਹੀਂ ਜੋ ਸਕਦੇ, ਕਿਉਂਕਿ ਉਹਨਾਂ 'ਤੇ ਪ੍ਰਭੂ ਆਪ ਦਿਆਲ ਹੈ। ਉਸਨੇ ਆਪਣੀ ਭਗਤੀ ਦੇ ਵਿੱਚ ਆਪ ਲਾਇਆ ਹੈ। ਆਪ ਅੱਠੇ ਪਹਿਰ ਉਹਨਾਂ ਦੇ ਸਾਹਮਣੇ ਵਸਦਾ ਹੈ। ਆਓ ਪੌੜੀ ਦੇ ਵਿੱਚ ਵਿਚਾਰਦੇ ਹਾਂ। ਅਸ਼ਟਮੀ ਅਸ਼ਟ ਸਿੱਧ ਨਵਨਿਤ। ਅਸ਼ਟਮੀ ਜਦੋਂ ਉੱਥੇ ਜਾ ਕੇ ਫਿਰ ਸਾਨੂੰ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਨਾਮ ਦੀ ਨੂੰ ਜਾਣਨ ਦੀ, ਨਾਮ ਨੂੰ ਬੁੱਝਣ ਦੀ, ਨਾਮ ਦੀ ਦੇਖਣ ਦੀ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਸਗਲ ਪਦਾਰਥ ਪੂਰਨ ਬੁੱਧ। ਜਿੱਥੇ ਫਿਰ ਸਾਡੇ ਕੋਲ ਚਾਰੇ ਪਦਾਰਥ, ਜਦੋਂ ਨਾਮ ਹੀ ਪ੍ਰਾਪਤ ਹੋ ਗਿਆ, ਨਾਮ ਦੀ ਹੀ ਸੋਝੀ ਆ ਗਈ, ਚਾਰੇ ਪਦਾਰਥ ਪ੍ਰਾਪਤ ਹੋ ਗਏ, ਤੇ ਪੂਰੀ ਬੁੱਧ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਕਵਲ ਪ੍ਰਗਾਸ ਸਦਾ ਆਨੰਦ। ਮਨ ਕਮਲ ਦੀ ਤਰ੍ਹਾਂ ਪ੍ਰਕਾਸ਼ ਹੋ ਜਾਂਦਾ ਹੈ ਤੇ ਸਦਾ ਆਨੰਦ ਰਹਿੰਦਾ ਹੈ। ਨਿਰਮਲ ਰੀਤ ਨਿਰੋਤਰ ਮੰਤ। ਫਿਰ ਉਹਨਾਂ ਦੀ ਜਿਹੜੀ ਰੀਤ ਹੈ ਉਹ ਨਿਰਮਲ ਹੈ, ਉਹਨਾਂ ਦਾ ਮੰਤਰ ਵੀ ਜਿਹੜਾ ਹੈ ਨਿਰੋਤਰ ਹੈ। ਉਹ ਮੰਤਰ ਦਿੰਦੇ ਨੇ ਜਿਹੜਾ ਕਿ ਧਿਆਨ ਮਾਰਗ ਹੈ। ਜਿੱਥੇ ਆਪਾਂ ਪ੍ਰਭੂ ਨੂੰ, ਜਿੱਥੇ ਮਨ ਨੇ ਪ੍ਰਕਾਸ਼ ਹੋਣਾ ਹੈ, ਜੋ ਕਿ ਅੱਖਰ ਨਹੀਂ, ਜੋ ਕਿ ਇੱਕ ਧਿਆਨ ਵਿੱਚ ਚੱਲਣ ਦਾ ਮਾਰਗ ਹੈ। ਧਿਆਨ, ਕਿਉਂਕਿ ਇੱਕ ਵਾਰੀ ਆਪਾਂ ਮੁੱਖ ਨਾਲ ਬੋਲ ਕੇ ਦੱਸ ਦਿੰਦੇ ਹਾਂ ਵੀ ਇੱਥੇ ਇੱਥੇ ਆਪਾਂ ਧਿਆਨ ਲਗਾਉਣਾ ਹੈ, ਮੁੜ ਕੇ ਫਿਰ ਬੋਲਣ ਦੀ ਲੋੜ ਨਹੀਂ, ਅਸੀਂ ਖੁਦ ਬਿਨਾਂ ਬੋਲਿਆਂ ਹੀ ਧਿਆ ਸਕਦੇ ਹਾਂ। ਇਸ ਕਰਕੇ ਇਸ ਮੰਤਰ ਨੂੰ ਨਿਰੋਤਰ ਮੰਤਰ ਕਿਹਾ ਹੈ। ਸਗਲ ਧਰਮ ਪਵਿੱਤਰ ਇਸ਼ਨਾਨ। ਸਾਰੇ ਧਰਮ ਮਨ ਵਿੱਚ ਵਸ ਜਾਂਦੇ ਨੇ ਤੇ ਮਨ ਪਵਿੱਤਰ ਇਸ਼ਨਾਨ ਕਰ ਜਾਂਦਾ ਹੈ। ਸੰਤ ਜਨਾ ਕੈ ਹਿਰਦੈ ਸਭ ਧਰਮ। ਤੇ ਮਨ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਸ੍ਰੇਸ਼ਟ ਗਿਆਨ ਹੋ ਜਾਂਦਾ। ਸਭ ਮੈਂ ਊਚ ਵਿਸੇਖ ਗਿਆਨ। ਸਾਰਿਆਂ ਦੇ ਵਿੱਚ ਉੱਚਾ ਹੈ, ਉਸ ਨੂੰ ਉਹ ਗਿਆਨ ਹੋ ਜਾਂਦਾ ਹੈ ਜਿਹੜਾ ਸੰਸਾਰ ਦੇ ਵਿੱਚ ਨਹੀਂ ਹੈ, ਜਿਸ ਨੂੰ ਆਪ ਦਇਆ ਕਰਦਾ ਹੈ। ਜਿਹੜੇ ਅੱਠੇ ਪੈਰ ਜੰਜਾਲ ਨੂੰ ਛੱਡ ਕੇ ਸਿਰਫ ਉਸੇ ਪ੍ਰਭੂ ਦੇ ਗੁਣ ਗਾਉਂਦੇ ਨੇ, ਉਸ ਕੋਲ ਸ੍ਰੇਸ਼ਟ ਗਿਆਨ ਹੈ। ਹਰ ਹਰ ਭਜਨ ਪੂਰਾ ਗੁਰ ਸੰਗ। ਪੂਰੇ ਗੁਰ ਦਾ ਸੰਗ ਹੈ ਉਹਨਾਂ ਨੂੰ, ਇਸ ਕਰਕੇ ਉਹ ਹਰੀ ਦਾ ਭਜਨ ਕਰਦੇ ਨੇ, ਹਰੀ ਦਾ ਗਿਆਨ ਦਿੰਦੇ ਨੇ, ਕਿਉਂਕਿ ਆਪ ਪਰਮੇਸ਼ਰ ਸੰਗ ਹੈ। ਆਪ ਪ੍ਰਭੂ ਨੇ ਉਹਨਾਂ ਨੂੰ ਇਹ ਗੁਰ ਦਾ ਖਜ਼ਾਨਾ ਦਿੱਤਾ ਹੈ। ਜਪੀਐ ਜਪ ਧਰੀਐ ਨਾਨਕ ਨਾਮ ਹਰ ਰੰਗ। ਇਸ ਕਰਕੇ ਤਰ ਸਕਦੇ ਹਾਂ ਜਪ ਕੇ, ਉਹਨਾਂ ਦਾ ਸੰਗ ਕਰਕੇ। ਜਦੋਂ ਅਸੀਂ ਨਾਮ ਦੇ ਰੰਗ ਦੇ ਵਿੱਚ ਮਨ ਨੂੰ ਰੰਗ ਲੈਂਦੇ ਹਾਂ, ਜਿਹੜੇ ਆਪ ਰੰਗੇ ਨੇ, ਪਰ ਉਹਨਾਂ ਦਾ ਸੰਗ ਕਰਕੇ ਹੀ ਅਸੀਂ ਵੀ ਆਪਣੇ ਮਨ ਨੂੰ ਨਾਮ ਦੇ ਰੰਗ ਵਿੱਚ ਰੰਗ ਸਕਦੇ ਹਾਂ। ਅਸੀਂ ਵੀ ਭਵ ਸਾਗਰ ਨੂੰ ਤਰ ਸਕਦੇ ਹਾਂ, ਅਸੀਂ ਵੀ ਜੀਵਨ ਮੁਕਤ ਹੋ ਸਕਦੇ ਹਾਂ। ਸੋ ਆਓ ਗੁਰਮੁਖ ਪਿਆਰੇ, ਹੁਣ ਆਪਾਂ ਨਾਲ ਆਪਾਂ ਧਿਆਨ ਲਗਾਈਏ, ਅਭਿਆਸ ਕਰੀਏ ਕਿ ਕਿਵੇਂ ਆਪਾਂ ਉਸ ਦੇ ਨਾਲ ਜੁੜਨਾ ਹੈ, ਕਿਵੇਂ ਲਿਵ ਜੋੜਨੀ ਹੈ, ਤਾਂ ਕਿ ਨਾਲ ਦੀ ਨਾਲ ਆਪਾਂ ਅਭਿਆਸ ਵੀ ਕਰੀਏ। ਕਿਉਂਕਿ ਅਸਲੀ ਮਾਰ ਖਜ਼ਾਨਾ ਹੈ ਧਿਆਨ ਦਾ, ਜਿੱਥੇ ਸਾਨੂੰ ਬੋਲਣ ਦੀ ਲੋੜ ਨਹੀਂ, ਸਿਰਫ ਧਿਆਉਣਾ ਹੀ ਹੈ।
ਜਦੋਂ ਅਸੀਂ ਧਿਆਉਣਾ ਸੇ ਗਏ ਪ੍ਰਗਟ ਹੋ ਗਿਆ, ਧਿਆਨ ਉਸ ਵਿੱਚ ਜੁੜਨਾ ਸ਼ੁਰੂ ਹੋ ਗਿਆ, ਤੇ ਸਮਝ ਲਓ ਫਿਰ ਸਾਡਾ ਜੀਵਨ ਸਫਲ ਹੋ ਗਿਆ। ਫਿਰ ਅਸੀਂ ਮੁਕਤ ਹੋ ਗਏ, ਚਾਹੇ ਅਸੀਂ ਪੜ੍ਹੇ ਲਿਖੇ ਹਾਂ, ਚਾਹੇ ਅਸੀਂ ਅਨਪੜ੍ਹ ਹਾਂ। ਕਿਵੇਂ ਧਿਆਉਣਾ ਹੈ ਆਪਾਂ ਨੇ? ਆਪਾਂ ਦੋਨਾਂ ਨੇਤਰਾਂ ਨੂੰ ਪਹਿਲਾਂ ਆਪੇ ਦੀ ਪਹਿਚਾਣ ਕਰਨੀ ਹੈ ਮਨ ਦੀ, ਕਿ ਮਨ ਸਾਡਾ ਕਿਸ ਅਵਸਥਾ ਦੇ ਵਿੱਚ ਹੈ। ਮਨ ਸਾਡਾ ਇੱਕ ਦ੍ਰਿਸ਼ਟ ਹੈ ਜਾਂ ਦੋ ਦ੍ਰਿਸ਼ਟ ਹੈ। ਜੇ ਦੋ ਦ੍ਰਿਸ਼ਟ ਹੈ, ਤਮੋਗੁਣੀ ਹੈ, ਰਜੋਗੁਣੀ ਹੈ, ਸਤੋਗੁਣੀ ਹੈ। ਇਹ ਆਪੇ ਦੀ ਪਹਿਚਾਣ ਕਰਨੀ ਹੈ। ਤੇ ਉਸ ਤੋਂ ਬਾਅਦ ਫਿਰ ਆਪਾਂ ਕਿਵੇਂ ਲਿਵ ਜੋੜਨੀ ਹੈ ਉਹ ਆਪਾਂ ਸਮਝਾਂਗੇ। ਗੁਰ ਦਾ ਗਿਆਨ ਫਿਰ ਆਪ ਜੀ ਨੂੰ ਦੱਸਾਂਗੇ ਕਿ ਕਿਵੇਂ। ਪਹਿਲਾਂ ਇਸ ਪੁਆਇੰਟ 'ਤੇ ਦ੍ਰਿਸ਼ਟੀ ਸਮ ਕਰਕੇ ਇਹ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ। ਜੇਕਰ ਨੱਕ ਨਹੀਂ ਦਿਸਦਾ, ਅਸੀਂ ਇੱਕ ਦ੍ਰਿਸ਼ਟ ਹਾਂ। ਜੇ ਇੱਥੇ ਦੇਖਣ ਦੇ ਨਾਲ ਦੋਨਾਂ ਨੇਤਰਾਂ ਨੂੰ ਸਮ ਕਰਕੇ ਇੱਥੇ ਦੇਖਣ ਦੇ ਨਾਲ, ਇੱਥੇ ਦ੍ਰਿਸ਼ਟੀ ਫੋਕਸ ਕਰਨ ਦੇ ਨਾਲ ਜੇ ਨੱਕ ਦਿਸਦਾ ਹੈ, ਫਿਰ ਅਸੀਂ ਦੋ ਦ੍ਰਿਸ਼ਟ ਹਾਂ। ਫਿਰ ਆਪਾਂ ਇਹ ਦੇਖਣਾ ਕਿ ਕਿਸ ਪਾਸੇ ਤੋਂ ਦਿਸਦਾ ਹੈ। ਸੱਜੇ ਪਾਸੇ ਜੇ ਨਜ਼ਰ ਆਉਂਦਾ, ਧਿਆਨ ਸਾਡਾ ਸਾਰਾ ਹੀ ਸੱਜੇ ਪਾਸੇ ਹੈ, ਤਮੋਗੁਣ ਹੈ। ਜੇ ਖੱਬੇ ਪਾਸੇ ਨੱਕ ਨਜ਼ਰ ਆਉਂਦਾ ਹੈ, ਜੇ ਪ੍ਰਕਾਸ਼ ਨਜ਼ਰ ਆਉਂਦਾ ਹੈ, ਫਿਰ ਆਪਾਂ ਉੱਥੇ ਮੁਕਤ ਹੋ ਜਾਂਦੇ ਹਾਂ, ਜਦੋਂ ਮੁਖ ਉਜਲ ਹੋ ਜਾਂਦਾ ਹੈ। ਪਰ ਜੇ ਨੱਕ ਖੱਬੇ ਪਾਸੇ ਨਜ਼ਰ ਆਉਂਦਾ ਹੈ, ਫਿਰ ਅਸੀਂ ਰਜੋਗੁਣੀ ਹਾਂ। ਜੇ ਵਿਚਾਲੇ ਨਜ਼ਰ ਆਉਂਦਾ ਦਵੱਲੇ ਤੋਂ, ਫਿਰ ਸਤੋਗੁਣ ਹੈ। ਜੇ ਨਹੀਂ ਆਉਂਦਾ, ਫਿਰ ਅਸੀਂ ਇੱਕ ਦ੍ਰਿਸ਼ਟ ਹਾਂ। ਇਹਨਾਂ ਆਪੇ ਨੂੰ ਪਹਿਚਾਨਣਾ ਹੈ ਧਿਆਨ ਜੋੜ ਕੇ। ਇੱਥੇ ਜਦੋਂ ਮੈਂ ਕਹਾਂਗਾ ਆਪ ਜੀ ਨੂੰ ਪਹਿਲਾਂ ਸਮਝ ਲਓ, ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਸਾਹਮਣੇ ਦੇਖਣਾ ਹੈ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਪਲਕਾਂ ਉੱਤੇ ਚੁੱਕ, ਫਿਰ ਜਦੋਂ ਕਹਾਂਗਾ ਸਾਹਮਣੇ, ਫਿਰ ਸਾਹਮਣੇ। ਫਿਰ ਜਦੋਂ ਕਹਾਂਗਾ ਸਮ ਕਰਕੇ ਦੇਖੋ, ਫਿਰ ਦ੍ਰਿਸ਼ਟੀ ਫੋਕਸ ਕਰਕੇ ਫਿਰ ਇਸ ਪੁਆਇੰਟ 'ਤੇ ਦੇਖਣਾ ਹੈ। ਜੇਕਰ ਕਿਸੇ ਨੂੰ ਪਹਿਲਾਂ ਨੱਕ ਨਜ਼ਰ ਆਉਂਦਾ ਸੀ, ਪੂਰੇ ਵਿਸ਼ਵਾਸ ਨਾਲ ਆਪਾਂ ਧਿਆਨ ਲਗਾਉਣਾ ਹੈ। ਫਿਰ ਵਾਪਸ ਆ ਕੇ ਦੇਖਣਾ ਹੈ। ਜੇ ਨੱਕ ਦਿਸਣੋਂ ਹਟ ਗਿਆ, ਫਿਰ ਅਸੀਂ ਇੱਕ ਦ੍ਰਿਸ਼ਟ ਹੋ ਗਏ, ਕਿਉਂਕਿ ਇਹ ਨਿਸ਼ਾਨੀ ਹੈ ਇੱਕ ਦ੍ਰਿਸ਼ਟ ਦੀ। ਨੱਕ ਨਹੀਂ ਦਿਸੇਗਾ। ਉਸ ਤੋਂ ਬਾਅਦ ਫਿਰ ਆਪਾਂ ਨੀਚੇ ਜੋੜਾਂਗੇ, ਦੇਖਾਂਗੇ, ਨੀਚੇ ਧਿਆਨ ਲਗਾਵਾਂਗੇ, ਸਮਝਾਂਗੇ। ਜਿਵੇਂ ਜਿਵੇਂ ਸਮਾਂ ਹੋਇਆ ਉਵੇਂ ਆਪਾਂ ਧਿਆਨ ਲਗਾਵਾਂਗੇ। ਸੋ ਗੁਰਮੁਖ ਪਿਆਰਿਓ, ਆਓ ਪਹਿਲਾਂ ਨੇਤਰ ਸਮ ਕਰੀਏ, ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਪਹਿਚਾਣੀਏ, ਦੇਖੀਏ। सामने लेके आओ ध्यान। मस्तक के सामने लै जाओ, पलका उत्ते चुक।
फिर सामने लाओ। फिर नक ते सम करिए। फिर सम करके अपने आप में देख के दृष्टि फोकस करके, जो कोई नवा जीव जे नक दिसदा सी उसने देखना है कि हुण दिसनों हट गया जेकर नवा जीव है कोई, क्योंकि ਜਿਹੜੇ ਪਹਿਲਾਂ ਨੇ ਉਹ ਤਾਂ ਸਾਰੇ ਸੂਝਵਾਨ ਨੇ, ਉਹਨਾਂ ਨੂੰ ਗਿਆਨ ਹੈ, ਇਸ ਕਰਕੇ ਉਹ ਤਾਂ ਇੱਕ ਦ੍ਰਿਸ਼ਟ ਨੇ, ਪ੍ਰਕਾਸ਼ ਨੂੰ ਦੇਖਦੇ ਨੇ, ਆਪਣੇ ਰੂਪ ਨੂੰ ਵੀ ਪਹਿਚਾਣਦੇ ਨੇ ਪ੍ਰਕਾਸ਼ ਨੂੰ। ਪਰ ਜੋ ਕੋਈ ਨਵਾਂ ਹੈ ਜੀਵ ਉਸਨੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਧਿਆਨ ਨੀਚੇ ਲੈ ਜਾਓ, ਬਿਲਕੁਲ ਰਿਲੈਕਸ ਨੀਚੇ ਲੈ ਜਾਓ। ਜਿੱਥੇ ਆਪਾਂ ਬੈਠੇ ਹਾਂ, ਚੱਦਰ ਹੈ, ਜੋ ਵੀ ਹੈ, ਥੱਲੇ ਫਰਸ਼ ਹੈ, ਉਸ ਤੋਂ ਥੋੜ੍ਹਾ ਜਿਹਾ ਉੱਪਰ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਚੱਦਰ ਤੋਂ, ਫਰਸ਼ ਤੋਂ 4-5 ਉਂਗਲ ਉੱਤੇ ਜਾਂ ਇੱਕ ਗਿੱਠ ਉੱਪਰ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਉੱਥੇ ਸਾਨੂੰ ਪ੍ਰਕਾਸ਼ ਅਨੁਭਵ ਹੋਣਾ ਸ਼ੁਰੂ ਹੋ ਜਾਏਗਾ। ਜਿਵੇਂ ਸਰੋਵਰ ਦੇ ਵਿੱਚ ਜਲ ਦੀਆਂ ਲਹਿਰਾਂ ਹੁੰਦੀਆਂ ਨੇ, ਇੱਥੇ ਆਪਾਂ ਨੂੰ ਇੱਦਾਂ ਪ੍ਰਕਾਸ਼ ਦੀ ਹਲਚਲ ਅਨੁਭਵ ਹੋਏਗੀ। फिर सम करके देखिए अपने आप ਨੂੰ। फिर दृष्टि फोकस करके अपने आप ਨੂੰ देखिए, अपने प्रकाश रूप ਨੂੰ देखिए। फिर नीचे ले जाओ ध्यान।
सामने लेके आइए ध्यान। मस्तक दे सामने लै जाओ, पलकां उत्ते चुक। फिर सामने लाया ध्यान। नीचे लै जाओ ध्यान। और सम करके देखिए अपने आप नू, अपने प्रकाश रूप नू देखिए।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਲਿਵ ਜੋੜਨੀ ਹੈ ਮਾਲਕ ਦੇ ਨਾਲ। ਆਪਾਂ ਛੱਡ ਦੇਣਾ ਹੈ ਤੇ ਫਿਰ ਉਸ ਪ੍ਰਭੂ ਦੇ ਵਿੱਚ ਸਮਾਉਣਾ ਹੈ। ਫਿਰ ਉਹ ਖਜ਼ਾਨਾ ਸਾਨੂੰ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਫਿਰ ਅਖੁੱਟ ਖਜ਼ਾਨਾ ਹੈ। ਫਿਰ ਸਾਨੂੰ ਜਿਨ੍ਹਾਂ ਸੁਣ ਕੇ ਮੰਨਿਆ ਉਹਨਾਂ ਨੂੰ ਦੁਬਾਰਾ ਮੰਗਣਾ ਨਹੀਂ ਪੈਂਦਾ। ਮੰਨੈ ਨਾਨਕ ਪਵਹਿ ਨਾ ਭਿਖ। ਜਿਨ੍ਹਾਂ ਨੇ ਸੁਣ ਲਿਆ, ਮੰਨੈ ਤਰੈ ਤਾਰੇ ਗੁਰ ਸਿੱਖ। ਤਰਦਾ ਹੈ ਗੁਰ ਦੀ ਸਿੱਖ ਦੇ ਕੇ ਜਿਨ੍ਹਾਂ ਸੁਣ ਕੇ ਮੰਨ ਲਈ। ਨਾ ਮੰਨੈ ਨਾਨਕ ਪਵੈ ਨਾ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਸੋ ਗੁਰੂ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।